Hello students, today ਅੱਜ ਅਸੀਂ ਆਪਣਾ ਨੈਕਸਟ ਟੈਂਸ ਜਿਹਦਾ ਨਾਮ ਪਾਸਟ ਕੰਟੀਨਿਊਸ ਹੈ ਉਹਨੂੰ ਡਾਇਰੈਕਟਲੀ ਸਟਾਰਟ ਕਰਨ ਜਾ ਰਹੇ ਹਾਂ। ਅੱਜ ਦਾ ਟੈਂਸ ਹੈਗਾ ਪਾਸਟ ਕੰਟੀਨਿਊਸ ਟੈਂਸ। ਇਹ ਪਾਸਟ ਦਾ ਸਭ ਤੋਂ ਜ਼ਿਆਦਾ ਬੋਲਿਆ ਜਾਣ ਵਾਲਾ ਟੈਂਸ ਹੈਗਾ। ਬੜਾ ਸਿੰਪਲ ਤੇ ਬੜਾ ਬਿਊਟੀਫੁਲ ਸਟਰਕਚਰ ਵਾਲਾ ਟੈਂਸ ਹੈਗਾ ਇਹ। ਤੇ ਇਹਦਾ ਜਿਹੜਾ ਪਹਿਚਾਨ ਹੈਗੀ ਆ, ਆਇਡੈਂਟੀਫਿਕੇਸ਼ਨ ਜਿਹਨੂੰ ਅਸੀਂ ਕਹਿੰਦੇ ਆ, IDENTIFICATION, ਆਇਡੈਂਟੀਫਿਕੇਸ਼ਨ ਦੇ ਸਪੈਲਿੰਗ ਨੂੰ ਲਿਖਣਾ ਬਹੁਤ ਇੰਪੋਰਟੈਂਟ ਹੈ। ਬਾਅਦ ਦੇ ਵਿੱਚ ਇਹ ਭੁੱਲ ਜਾਂਦੇ ਨੇ, ਇਹ ਬੜਾ ਗੌਰ ਕਰਨਾ ਇਸ ਚੀਜ਼ ਤੇ। ਆਇਡੈਂਟੀਫਿਕੇਸ਼ਨ ਅਸੀਂ ਜਿਸ ਤਰ੍ਹਾਂ ਪ੍ਰੈਜ਼ੈਂਟ ਕੰਟੀਨਿਊਸ ਦੀ ਪ੍ਰੈਜ਼ੈਂਟ ਦੇ ਵਿੱਚ ਹੋਣ ਕਰਕੇ ਰਹਾ ਹੈ, ਰਿਹਾ ਹੈ, ਰਹੀ ਹੈ, ਰਹੇ ਹਨ ਜਾਂ ਰਹੀਆਂ ਹਨ ਕਹਿੰਦੇ ਸੀ, ਇਹਦੇ ਵਿੱਚ ਪਾਸਟ ਕਰਕੇ ਉਹਦਾ ਉਲਟ ਹੋ ਜਾਣਾ। ਜਿਸ ਤਰ੍ਹਾਂ ਰਿਹਾ ਸੀ, ਰਹੀ ਸੀ, ਰਹੇ ਸੀ ਤੇ ਰਹੀਆਂ ਸਨ ਆਦਿ ਜਿਹੜਾ ਹੈ ਸੈਂਟੈਂਸ ਨੂੰ ਪਹਿਚਾਨਣ ਦਾ ਤਰੀਕਾ ਹੈ। ਇਹ ਬੜਾ ਇੰਪੋਰਟੈਂਟ ਹੈਗਾ। ਦੁਬਾਰਾ ਫਿਰ ਬੋਲ ਦੇਣਾ, ਰਿਹਾ ਸੀ, ਰਹੀ ਸੀ, ਰਹੇ ਸਨ, ਰਹੀਆਂ ਸਨ ਆਦਿ ਆਉਂਦਾ ਹੈ। ਇਹਦਾ ਰੂਲ ਜਿਹੜਾ ਹੈਗਾ ਬਹੁਤ ਹੀ ਸਿੰਪਲ। ਹਮੇਸ਼ਾ ਦੀ ਤਰ੍ਹਾਂ ਰੂਲ ਦੇ ਵਿੱਚ ਜਿਹੜਾ ਹੈਗਾ, ਸਭ ਤੋਂ ਪਹਿਲਾਂ ਸਬਜੈਕਟ, ਉਸ ਤੋਂ ਬਾਅਦ ਵਾਸ ਜਾਂ ਵਰ ਪਲੱਸ ਵਰਬ ਦੀ ਫਸਟ ਫਾਰਮ, ਉਹਦੇ ਨਾਲ ING ਪਲੱਸ ਆਬਜੈਕਟਿਵ ਪਾਰਟ ਨੂੰ ਯੂਜ਼ ਕਰਦੇ ਹਾਂ। ਇਹ ਇਹਦਾ ਸਟਰਕਚਰ ਹੈਗਾ। ਇਹ ਬਹੁਤ ਜ਼ਰੂਰੀ ਹੈਗਾ। ਇਹਦੇ ਵਿੱਚ ਜਿਹੜਾ ਹੈਗਾ ਅਫਰਮੇਟਿਵ ਦੇ ਵਿੱਚ ਅਸੀਂ ਯੂਜ਼ ਕਰਾਂਗੇ ਸੈਂਟੈਂਸਸ ਦੇ ਥਰੂ, ਤੁਹਾਨੂੰ ਜ਼ਿਆਦਾ ਸਮਝ ਲੱਗੇਗਾ। ਅਫਰਮੇਟਿਵ ਸੈਂਟੈਂਸਸ, AFFIRMATIVE, ਅਫਰਮੇਟਿਵ ਸੈਂਟੈਂਸਸ। ਅਫਰਮੇਟਿਵ ਸੈਂਟੈਂਸਸ ਦੇ ਵਿੱਚ ਅਸੀਂ ਪਾਸਟ ਦਾ ਕੋਈ ਵੀ ਕੰਟੀਨਿਊਸ ਬਣਾ ਸਕਦੇ ਹਾਂ। ਜਿਵੇਂ ਮੈਂ, ਬਹੁਤ ਸਿੰਪਲ, ਜਾ ਰਿਹਾ ਸੀ। ਇਸ ਤੋਂ ਪਹਿਲਾਂ ਕਿ ਅਸੀਂ ਇਹਨੂੰ ਇੰਗਲਿਸ਼ 'ਚ ਬਣਾਈਏ, ਮੈਂ ਦੱਸਣਾ ਚਾਹੁੰਦਾ ਹਾਂ ਕਿ ਵਾਜ਼ ਜਿਹੜਾ ਹੈਗਾ ਇਹ ਸਿੰਗੂਲਰ ਦੇ ਨਾਲ I, we, you, ਨਹੀਂ, he, she, it ਤੇ ਸਿੰਗੂਲਰ ਦੇ ਨਾਲ ਪਲੱਸ I ਇਹਦੇ ਵਿੱਚ ਆਉਂਦਾ। ਇਹਦੇ ਨਾਲ ਅਸੀਂ ਯੂਜ਼ ਕਰਦੇ ਹਾਂ। ਜਿਹੜਾ ਵਰ ਹੈਗਾ you, we, they and plural, ਇਹਨੂੰ ਨੋਟ ਕਰ ਲੈਣਾ। ਤੇ ਹੁਣ ਅਸੀਂ ਇੱਧਰ ਆਵਾਂਗੇ, ਮੈਂ ਜਾ ਰਿਹਾ ਸੀ, I was going। ਠੀਕ ਹੈ ਜੀ। ਇਹਦੇ ਅਕੋਰਡਿੰਗਲੀ ਤੁਹਾਨੂੰ ਸਮਝਾਵਾਂਗਾ। ਸਬਜੈਕਟ ਹੋ ਗਿਆ I, was, were, ਵਾਸ ਜਿਹੜਾ ਹੈਗਾ ਦੱਸਿਆ I ਦੇ ਨਾਲ,
was ਲੱਗ ਗਿਆ, going go verb ਦੀ ਫਸਟ ਫਾਰਮ ਹੈਗੀ ਆ, ਉਹਦੇ ਨਾਲ ing ਲੱਗ ਗਿਆ। ਠੀਕ ਹੈ ਜੀ। ਤੇ ਇਸ ਤੋਂ ਬਾਅਦ 2 ਨੰਬਰ ਅਫਰਮੇਟਿਵ ਦੀ ਐਗਜ਼ਾਮਪਲ ਅਸੀਂ ਲਵਾਂਗੇ, ਪਲੂਰਲ ਦੇ ਨਾਲ ਲੈ ਲੈਂਦੇ ਆ। ਅਸੀਂ ਸੈਰ ਕਰ ਰਹੇ ਸੀ, ਅਸੀਂ ਸੈਰ ਕਰ ਰਹੇ ਸੀ। We were walking, we were walking, subject helping verb main verb ਦੇ ਨਾਲ first form ਦੇ ਨਾਲ ing। ਇਸ ਤੋਂ ਬਾਅਦ ਜਿਹੜਾ ਹੈਗਾ ਨੈਗੇਟਿਵ ਸੈਂਟੈਂਸਸ ਦੀ ਵਾਰੀ ਆਉਂਦੀ ਆ। ਨੈਗੇਟਿਵ ਸੈਂਟੈਂਸਸ ਨੂੰ negative ਨੈਗੇਟਿਵ ਸੈਂਟੈਂਸਸ। ਨੈਗੇਟਿਵ ਸੈਂਟੈਂਸਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਬਜੈਕਟ ਲਾਉਂਦੇ ਆ, ਸਬਜੈਕਟ ਤੋਂ ਬਾਅਦ ਅਸੀਂ was ਔਰ were not ਯੂਜ਼ ਕਰਦੇ ਆ। ਫਿਰ ਇਸ ਤੋਂ ਬਾਅਦ ਅਸੀਂ V1 ਦੇ ਨਾਲ ing ਦਾ ਪਲੇਸਮੈਂਟ ਕਰਦੇ ਆ, ਪਲੱਸ ਆਬਜੈਕਟਿਵ ਪਾਰਟ। ਇਹ ਨੈਗੇਟਿਵ ਦਾ ਸਟਰਕਚਰ ਹੈ। ਠੀਕ ਹੋ ਗਿਆ ਜੀ। ਨੈਗੇਟਿਵ ਦੀ ਐਗਜ਼ਾਮਪਲ ਨੰਬਰ 1 ਹੈਗੀ ਆ, ਉਹ ਮੈਚ ਖੇਡ ਰਹੇ ਸੀ, ਉਹ ਮੈਚ ਨਹੀਂ ਖੇਡ ਰਹੇ ਸੀ, ਉਹ ਮੈਚ ਨਹੀਂ ਖੇਡ ਰਹੇ ਸੀ, ਕਿਉਂਕਿ ਨੈਗੇਟਿਵ ਸੈਂਟੈਂਸ ਹੈਗਾ, ਨੈਗੇਟਿਵ ਉਹਦਾ ਆਉਣਾ ਜ਼ਰੂਰੀ ਹੈਗਾ। ਉਹ ਮੈਚ ਨਹੀਂ ਖੇਡ ਰਹੇ ਸੀ। ਦੇ were not playing match। ਹੁਣ ਅਸੀਂ ਸਟਰਕਚਰ ਦੇ ਅਕੋਰਡਿੰਗਲੀ ਦੇਖੀਏ ਵਰਡਸ ਨੂੰ। ਸਭ ਤੋਂ ਪਹਿਲਾਂ ਸਬਜੈਕਟ ਹੈਗਾ, ਦੇ ਸਬਜੈਕਟ ਹੈਗਾ, was were ਅਕੋਰਡਿੰਗ ਟੂ ਦੀ ਸਬਜੈਕਟ ਯੂਜ਼ ਕਰਦੇ ਹਾਂ ਅਸੀਂ। ਇਸ ਕੇਸ ਦੇ ਵਿੱਚ ਪਲੂਰਲ ਸਬਜੈਕਟ ਹੋਣ ਕਰਕੇ ਵਰਬ ਦੀ ਵਰਤੋਂ ਕੀਤੀ ਹੈ। ਉਸ ਤੋਂ ਬਾਅਦ ਅਸੀਂ ਨੈਗੇਟਿਵ ਕਰਕੇ ਨਾਟ ਦੀ ਵਰਤੋਂ ਕਰ ਲਈ। ਵਰਬ ਦੀ ਫਸਟ ਫਾਰਮ ਹੈਗੀ ਪਲੇ, ਵਰਬ ਦੀ ਫਸਟ ਫਾਰਮ, ਉਹਦੇ ਨਾਲ ਅਸੀਂ ਇੰਗ ਯੂਜ਼ ਕਰਤਾ। ਦੈਨ ਆਬਜੈਕਟਿਵ ਪਾਰਟ, ਆਬਜੈਕਟ ਇੱਥੇ ਹੈਗਾ ਮੈਚ, ਰਾਈਟ। ਇਹ ਹੋ ਗਿਆ ਸਟਰਕਚਰ ਕੰਪਲੀਟ। ਨੰਬਰ 2 ਐਗਜ਼ਾਮਪਲ ਅਸੀਂ ਲਵਾਂਗੇ, ਬੱਚੇ ਕਿਤਾਬ नहीं पढ़ रहे सी। ਇਹਦਾ ਬਣ ਜਾਏਗਾ children were not reading book। बच्चे किताब नहीं पढ़ रहे सी। चिल्ड्रन प्लूरल है, किताब सिंगुलर है, इस करके मैं बुक लिखा। चिल्ड्रन वर नॉट रीडिंग बुक। देन साडा नेक्स्ट टाइप ऑफ सेंटेंस हैगा इंटेरोगेटिव। नेगेटिव इंटेरोगेटिव नैगेटिव ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਅਸੀਂ ਜਿਹੜਾ ਹੈਗਾ ਹੈਲਪਿੰਗ ਵਰਬ, ਇਸ ਟੈਂਸ ਦੇ ਹਿਸਾਬ ਨਾਲ ਵਾਸ ਵਰ ਨੇ ਪਾਸਟ ਕੰਟੀਨਿਊਸ ਦੇ ਹੈਲਪਿੰਗ ਵਰਬ, ਵਾਸ ਵਰ ਨੂੰ ਸਭ ਤੋਂ ਪਹਿਲਾਂ ਯੂਜ਼ ਕਰਦੇ ਆ। ਸਭ ਤੋਂ ਪਹਿਲਾਂ ਵਾਸ ਵਰ ਨੂੰ ਸੈਂਟੈਂਸ ਬਣਾਉਣ ਲੱਗੇ ਰੱਖਦੇ ਆ ਇੰਗਲਿਸ਼ ਦੇ ਵਿੱਚ। ਉਸ ਤੋਂ ਬਾਅਦ ਅਸੀਂ ਸਬਜੈਕਟ ਨੂੰ ਰੱਖਦੇ ਆ। ਦੈਨ ਅਸੀਂ ਵਰਬ ਦੀ ਫਸਟ ਫਾਰਮ ਦੇ ਨਾਲ ing ਪਲੱਸ ਆਬਜੈਕਟ।
ਇਹ ਹੈਗਾ ਇੰਟੈਰੋਗੇਟਿਵ ਦਾ, ਸੌਰੀ ਇੰਟੈਰੋਗੇਟਿਵ ਨੈਗੇਟਿਵ ਨਹੀਂ, ਇਹ ਇੰਟੈਰੋਗੇਟਿਵ ਦਾ ਸਟਰਕਚਰ ਹੈਗਾ। ਇੰਟੈਰੋਗੇਟਿਵ ਦੇ ਐਗਜ਼ਾਮਪਲਸ ਨੇ ਕਿ ਅਸੀਂ ਦਿੱਲੀ ਜਾ ਰਹੇ ਸੀ, ਸਾਈਨ ਆਫ ਇੰਟੈਰੋਗੇਸ਼ਨ। ਇਸ ਤੋਂ ਬਾਅਦ ਐਂਡ ਦੇ ਵਿੱਚ ਜਿਹੜਾ ਹੈਗਾ ਨਾ ਸਾਈਨ ਆਫ ਇੰਟੈਰੋਗੇਸ਼ਨ ਦੀ ਯੂਜ਼ ਕਰਦੇ ਹਾਂ ਅਸੀਂ। ਸਾਈਨ ਆਫ ਇੰਟੈਰੋਗੇਸ਼ਨ ਯੂਜ਼ ਕਰਦੇ ਹਾਂ। ਇਹ ਸਾਈਨ ਆਫ ਇੰਟੈਰੋਗੇਸ਼ਨ ਦੀ ਵਰਤੋਂ ਹੋ ਗਈ ਕਿ ਅਸੀਂ ਦਿੱਲੀ ਜਾ ਰਹੇ ਸੀ। ਸਭ ਤੋਂ ਪਹਿਲਾਂ ਵਰ, ਕੋਈ going to Delhi, sign of interrogation। नंबर 2 एग्जाम्पल हैगी यदि कि बच्चा हस रहा सी, साइन ऑफ इंटरोगेशन। बच्चा इत्थे सिंगुलर हैगा, सिंगुलर के अकॉर्डिंगली हेल्पिंग वर्ब लगेगा was child laughing and the sign of interrogation। सब तो पहला हेल्पिंग वर्ब तो बाद सब्जेक्ट, सब्जेक्ट तो बाद वर्ब दी फर्स्ट फॉर्म दे नाल इंग लगना, अदरवाइज ऑब्जेक्ट हैगा तां ऑब्जेक्ट रखना। जिस तरह इस केस दे विच ऑब्जेक्ट दिल्ली हैगा। इस तो बाद इंटैरोगेटिव नैगेटिव, शॉर्ट दे विच लिखदा मैं इंटैरोगेटिव नैगेटिव। इंटैरोगेटिव नैगेटिव बनाने दे लई असीं यूज़ करदे हां स्ट्रक्चर वाज या वर नूं सब तो पहला रखते हैं, उस तो बाद सब्जेक्ट दे नाल नॉट प्लस वर्ब दी फर्स्ट फॉर्म दे नाल ing प्लस ऑब्जेक्ट। वेरी वेरी इंपॉर्टेंट, वर्ब दी फर्स्ट फॉर्म। ਇਹਦੇ एग्जाम्पल 2 ਲਵਾਂਗੇ ਅਸੀਂ कि ਅਸੀਂ मैच नहीं जित रहे सी, साइन ऑफ इंटरोगेशन। वर we not winning the match, sign of interrogation। हेल्पिंग वर्ब सब्जेक्ट, उस तो बाद नॉट, वर्ब दी फर्स्ट फॉर्म दे नाल ing प्लस ऑब्जेक्टिव पार्ट। ठीक है। नंबर 2 एग्जाम्पल हैगी कि ਉਹ ਆਪਦੇ ਘਰ ਜਾ ਰਿਹਾ ਸੀ, ਸਾਈਨ ਆਫ ਇੰਟਰੋਗੇਸ਼ਨ। ਘਰ ਨਹੀਂ ਜਾ ਰਿਹਾ ਸੀ, ਸੌਰੀ ਨਹੀਂ ਜਾ ਰਿਹਾ ਸੀ। was he not going to his home, साइन ऑफ इंटरोगेशन। इस तो बाद साडा जिहड़ा है नैक्सट बड़ा इंपॉर्टेंट WH फैमिली का स्ट्रक्चर हैगा। इनू बड़े ख्याल नाल समझना। WH फैमिली दे वर्ड जिहड़े वट, वेयर, वैन, होम, वाई सब तो पहला रखने हैं। उस तो बाद जिहड़ा हैगा हेल्पिंग वर्ब, then helping verb तो बाद subject, then verb दी first form, then object। जिस तरह ओ क्यों रो रहा सी, साइन ऑफ इंटरोगेशन।
ਸਾਈਨ ਆਫ ਇੰਟਰੋਗੇਸ਼ਨ ਬਹੁਤ ਇੰਪੋਰਟੈਂਟ ਆ WH ਫੈਮਿਲੀ ਦੇ ਵਿੱਚ। ਦਿਸ ਇਜ਼ ਟੂ ਬੀ ਨੋਟਡ। ਉਹ ਕਿਉਂ ਹੱਸ ਰਿਹਾ ਸੀ, ਵਾਈ ਸੌਰੀ ਰੋ ਰਿਹਾ ਸੀ, ਵਾਈ was he weeping, sign of interrogation। ਨੰਬਰ 2 ਤੇ ਅਸੀਂ ਐਗਜ਼ਾਮਪਲ WH ਫੈਮਿਲੀਜ਼ ਦੇ ਵਿੱਚ ਅਸੀਂ ਕਿੱਥੇ ਜਾ ਰਹੇ ਸੀ, ਸਾਈਨ ਆਫ ਇੰਟਰੋਗੇਸ਼ਨ। ਅਸੀਂ ਕਿੱਥੇ, ਕਿੱਥੇ ਦਾ ਮਤਲਬ ਹੈਗਾ ਵੇਅਰ, ਵੇਅਰ ਸਭ ਤੋਂ ਪਹਿਲਾਂ WH ਫੈਮਿਲੀ, were helping verb, where were we going। ਹੈਲਪਿੰਗ ਵਰਬ, ਹੈਲਪਿੰਗ ਵਰਬ ਤੋਂ ਬਾਅਦ ਸਬਜੈਕਟ, ਸਬਜੈਕਟ ਤੋਂ ਬਾਅਦ ਵਰਬ ਦੀ ਫਰਸਟ ਫਾਰਮ ਦੇਣਾ ING। ਇਨ ਕੇਸ WH ਫੈਮਿਲੀ ਦੇ ਨਾਲ ਨੈਗੇਟਿਵ ਸੈਂਟੈਂਸ ਬਣ ਜਾਵੇ, ਜਿਵੇਂ ਅਸੀਂ ਕਿੱਥੇ ਜਾ ਨਹੀਂ ਰਹੇ ਸੀ, ਤਾਂ ਸਬਜੈਕਟ ਤੋਂ ਬਾਅਦ ਹਮੇਸ਼ਾ ਨਾਟ ਲੱਗੇਗਾ। ਇਹ ਤੁਸੀਂ ਆਪਣੇ ਨੋਟ ਕਰ ਲਓ। ਇਹਦੇ ਨਾਲ ਹੀ ਇਹ ਜਿਹੜਾ ਸਾਡਾ ਪਾਸਟ ਦਾ ਸੈਕੰਡ ਟੈਂਸ ਸੀਗਾ, ਇਹ ਕੰਪਲੀਟ ਹੋ ਗਿਆ। ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ। ਬੜੇ ਸਿੰਪਲੈਸਟ ਤਰੀਕੇ ਦੇ ਨਾਲ, ਬੜਾ ਈਜ਼ੀਲੀ, ਬੜਾ ਆਰਾਮ ਦੇ ਨਾਲ ਮੈਂ ਤੁਹਾਨੂੰ ਸਮਝਾਇਆ। ਉਮੀਦ ਹੈ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ ਤੇ ਤੁਸੀਂ ਇਸ ਵੀਡੀਓ ਨੂੰ ਤੇ ਮੇਰੇ ਚੈਨਲ ਨੂੰ, ਜਿਹਦਾ ਨਾਮ ਹੈਗਾ ਇੰਗਲਿਸ਼ ਵਿਦ ਜਸਵੀਰ ਸਰ, ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰੋ। ਥੈਂਕ ਯੂ।